Hi everyone, my name is Pavan and I am a lecturer of Satyam College of Polytechnic in Kodar. So in this lecture we will discuss about methods used to bring a tilted well in a true position. So we have various types of processes. So first one is by controlling the process of dredging. Second one is by eccentric loading. Third one is by pulling with wire ropes and winches. Fourth one is by pushing. Fifth one is by water jetting. And sixth one is by using explosive. So we will do it one by one. So first of all we have by controlling the process of dredging. In this method dredging is kept going on the higher position compared to the lower portion. Such extra dredging will help further sinking. However, sufficient care should be taken to prevent overturning. ਸੋ ਬੇਸਿਕਲੀ ਇਹਦੇ ਵਿੱਚ ਆਪਾਂ ਡਰੈਜਿੰਗ ਕਰਦੇ ਹਾਂ, ਠੀਕ ਹੈ, ਹਾਇਰ ਪੋਰਸ਼ਨ 'ਤੇ ਕਰਦੇ ਹਾਂ ਐਜ਼ ਕੰਪੇਅਰ ਟੂ ਲੋਅਰ ਪੋਰਸ਼ਨ, ਠੀਕ ਹੈ। ਅਤੇ ਜਿਹੜੀ ਇਹ ਡਰੈਜਿੰਗ ਹੁੰਦੀ ਆ, ਡਰੈਜਿੰਗ ਦਾ ਮਤਲਬ ਵੀ ਆਪਾਂ ਕਹਿ ਲਈਏ ਵੀ ਖੋਦਣਾ ਵੀ ਕਹਿ ਸਕਦੇ ਹਾਂ, ਠੀਕ ਹੈ। ਅਤੇ ਮਤਲਬ ਇਹ ਵੈਲ ਸਿੰਕਿੰਗ ਪ੍ਰੋਸੈਸ ਵਿੱਚ ਅੱਗੇ ਹੈਲਪ ਕਰਦੀ ਆ ਆਪਾਂ ਨੂੰ, ਠੀਕ ਹੈ। ਅਤੇ ਇਹਦੇ ਵਿੱਚ ਆਪਾਂ ਨੂੰ ਥੋੜ੍ਹੀ ਐਕਸਟਰਾ ਕੇਅਰ ਦੀ ਜ਼ਰੂਰਤ ਹੁੰਦੀ ਆ ਤਾਂ ਕਿ ਵੈਲ ਓਵਰਟਰਨਿੰਗ ਨਾ ਕਰੇ, ਠੀਕ ਹੈ। ਸੋ ਨੈਕਸਟ ਆਪਣੇ ਕੋਲ ਹੈਗਾ by eccentric load. In this method, heavy load are placed at the eccentric distance known as E, which can develop an overturning moment. M is equal to W multiplied by E. ਸੋ ਇਹਦੇ ਵਿੱਚ ਆਪਾਂ ਹੈਵੀ ਲੋਡ ਪਲੇਸਡ ਕਰਦੇ ਹਾਂ, ਠੀਕ ਹੈ, ਐਸੈਂਟਰਿਕ ਡਿਸਟੈਂਸ 'ਤੇ, ਜਿਹਨੂੰ ਆਪਾਂ E ਕਹਿੰਦੇ ਹਾਂ, ਠੀਕ ਹੈ। ਅਤੇ ਇਹ ਓਵਰਟਰਨਿੰਗ ਮੂਵਮੈਂਟ ਡਿਵੈਲਪ ਕਰਦੀ ਹੈ ਜਿਹੜੀ ਹੈਗੀ ਹੈ M is equal to W multiplied by E. W ਇਹਦੇ ਵਿੱਚ ਲੋਡ ਆ ਅਤੇ E ਆਪਣਾ ਜਿਹੜਾ ਹੈਗਾ ਆ eccentric distance ਹੈ, ਠੀਕ ਹੈ। then this overturning movement will help to bring in a straight line. ਸੋ ਜਿਹੜੀ ਇਹ ਓਵਰਟਰਨਿੰਗ ਮੂਵਮੈਂਟ ਪ੍ਰੋਡਿਊਸ ਹੋਏਗੀ, ਠੀਕ ਹੈ, ਇਹ ਵੈਲ ਨੂੰ ਸਟ੍ਰੇਟ ਲਾਈਨ ਦੇ ਵਿੱਚ ਲਿਆਉਣ ਵਿੱਚ ਮਦਦ ਕਰਦੀ ਹੈ, ਠੀਕ ਹੈ। ਦਿਸ ਮੈਥਡ ਇਜ਼ ਯੂਜ਼ਫੁਲ ਵੇਅਰ ਡੈਪਥ ਆਫ ਵੈਲ ਇਜ਼ ਸਫੀਸ਼ੀਐਂਟ। ਇਹ ਮਤਲਬ ਜਦੋਂ ਵੈਲ ਦੀ ਡੈਪਥ ਜਿਹੜੀ ਉਹ ਜ਼ਿਆਦਾ ਹੋਵੇ ਉਦੋਂ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ by pulling the wire rope and winches. In this method, with the help of wire cables and winches, well is pulled. This is stable for shallow depth only. ਸੋ ਇਹਦੇ ਵਿੱਚ ਬੇਸਿਕਲੀ ਆਪਾਂ ਵਾਇਰ ਕੇਬਲਸ ਯੂਜ਼ ਕਰਦੇ ਹਾਂ ਜਾਂ ਵਿੰਚਿਸ ਯੂਜ਼ ਕਰਦੇ ਹਾਂ, ਠੀਕ ਹੈ, ਵੈਲ ਨੂੰ ਪੁੱਲ ਕਰਨ ਵਾਸਤੇ, ਅਤੇ ਇਹ ਸ਼ੈਲੋ ਡੈਪਥ ਵਾਸਤੇ ਹੀ ਸਟੇਬਲ ਹੈ, ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ ਬਾਈ ਪੁਸ਼ਿੰਗ। In this method, extra loads of material are dumped on the depressed portion and upper portion is pulled with the help of cables and wires. ਸੋ ਇਹਦੇ ਵਿੱਚ ਆਪਾਂ ਕਹਿ ਲਈਏ ਵੀ ਐਕਸਟਰਾ ਲੋਡ ਪ੍ਰੋਵਾਈਡ ਕਰਵਾਉਂਦੇ ਹਾਂ ਡੰਪਡ ਡਿਪਰੈਸਡ ਪੋਰਸ਼ਨ 'ਤੇ, ਠੀਕ ਹੈ। ਅਤੇ ਜਿਹੜਾ ਅੱਪਰ ਪੋਰਸ਼ਨ ਉਹਨੂੰ ਆਪਾਂ ਕੇਬਲਸ ਜਾਂ ਵਾਇਰਸ ਦੇ ਨਾਲ ਪੁੱਲ ਕਰਦੇ ਹਾਂ, ਠੀਕ ਹੈ। ਦਿਸ ਇਜ਼ ਡਨ ਟੂ ਬ੍ਰਿੰਗ ਦੀ ਟਿਲਟਡ ਪੋਰਸ਼ਨ ਆਫ ਵੈਲ ਟੂ ਇਟਸ ਓਰੀਜਨਲ ਕੰਡੀਸ਼ਨ। ਸੋ ਇਹ ਬੇਸਿਕਲੀ ਤਾਂ ਕਰਦੇ ਹਾਂ ਆਪਾਂ ਜਿਹੜਾ ਆਪਣਾ ਵੈਲ ਟਿਲਟ ਹੋਇਆ ਹੁੰਦਾ ਆ ਉਹਨੂੰ ਐਗਜ਼ੈਕਟ ਪੋਜੀਸ਼ਨ 'ਤੇ ਲਿਆਉਣ 'ਤੇ, ਠੀਕ ਹੈ। ਸੋ ਨੈਕਸਟ ਹੈਗਾ ਵਾਟਰ ਜੈਟਿੰਗ। ਇਨ ਦਿਸ ਮੈਥਡ this method is effective in case of well is being sunk in sandy strata of the soil. ਸੋ ਬੇਸਿਕਲੀ ਵਾਟਰ ਜੈਟਿੰਗ ਆਪਾਂ ਉਦੋਂ ਕਰਵਾਉਂਦੇ ਹਾਂ ਜਦੋਂ ਵੈਲ ਸੈਂਡੀ ਸਟ੍ਰੈਟਾ ਸੋਇਲ ਦੇ ਵਿੱਚ ਸਿੰਕ ਕਰ ਜਾਵੇ, ਠੀਕ ਹੈ। where tilting of well is found in sandy strata of soil, water jetting with higher intensity of pressure is applied towards the upper end ਜਾਂ upper edge, ਠੀਕ ਹੈ। ਸੋ ਜਦੋਂ ਵੀ ਸੈਂਡੀ ਸਟ੍ਰੈਟਾ ਸੋਇਲ ਦੇ ਵਿੱਚ ਵੈਲ ਆਪਣਾ ਟਿਲਟ ਕਰ ਜਾਵੇ ਤਾਂ ਉਦੋਂ ਆਪਾਂ ਵਾਟਰ ਜੈਟਿੰਗ ਪ੍ਰੋਵਾਈਡ ਕਰਵਾਉਂਦੇ ਹਾਂ ਹਾਈ ਇੰਟੈਂਸਿਟੀ 'ਤੇ, ਠੀਕ ਹੈ। ਜਿਹੜਾ ਉਹਦਾ ਪ੍ਰੈਸ਼ਰ ਹੁੰਦਾ ਉਹ ਕਾਫੀ ਹਾਈ ਇੰਟੈਂਸਿਟੀ 'ਤੇ ਹੁੰਦਾ ਆ, ਅਤੇ ਜਿਹੜੀ ਇਹ ਆਪਾਂ ਪ੍ਰੈਸ਼ਰ ਪ੍ਰੋਵਾਈਡ ਕਰਵਾਉਣਾ ਆ ਉਹ ਅੱਪਰ ਐਜ 'ਤੇ ਕਰਵਾਉਣਾ, ਠੀਕ ਹੈ। ਦਿਸ ਵਿਲ ਕ੍ਰੀਏਟ ਐਡੀਸ਼ਨਲ ਫ੍ਰਿਕਸ਼ਨ ਔਨ ਦੀ ਵਾਲ ਸਰਫੇਸ ਐਂਡ ਸੈਂਡੀ ਸੋਇਲ ਸਟ੍ਰੈਟਾ। ਸੋ ਜਿਹੜਾ ਇਹ ਪ੍ਰੋਸੈਸ ਹੈ ਜਿਹੜਾ ਆਪਣਾ ਵਾਟਰ ਜੈਟਿੰਗ ਹੈ, ਠੀਕ ਹੈ, ਉਹ ਐਡੀਸ਼ਨਲ ਫ੍ਰਿਕਸ਼ਨ ਪ੍ਰੋਵਾਈਡ ਕਰਵਾਉਂਦਾ ਹੈ, ਠੀਕ ਹੈ, ਸੈਂਡੀ ਸਟ੍ਰੈਟਾ ਸੋਇਲ 'ਚ। ਸੋ ਨੈਕਸਟ ਆਪਣੇ ਕੋਲ ਹੈਗਾ ਬਾਈ ਯੂਜ਼ਿੰਗ ਐਕਸਪਲੋਜ਼ਿਵਸ। ਸਮਟਾਈਮਸ ਹਾਰਡ rock is available where cutting edge does not penetrate compared to the other sides. ਸੋ ਬੇਸਿਕਲੀ ਜਦੋਂ ਕਿਸੇ ਵੀ ਵੈਲ ਦਾ ਕਟਿੰਗ ਐਜ ਆਟੋਮੈਟਿਕਲੀ ਪੈਨੀਟਰੇਟ ਨਹੀਂ ਹੁੰਦਾ, ਠੀਕ ਹੈ, ਤਾਂ ਉਦੋਂ ਆਪਣੇ ਮਤਲਬ ਐਕਸਪਲੋਜ਼ਿਵ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ। In such a case, use of explosives can be made by drilling holes and feeding explosives in the such holes.
ਸੋ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਆਪਾਂ ਐਕਸਪਲੋਸਿਵ ਯੂਜ਼ ਕਰਦੇ ਹਾਂ, ਠੀਕ ਹੈ। ਆਪਾਂ ਡਰਿਲ ਕਰਕੇ ਹੋਲਸ ਕਰਦੇ ਹਾਂ ਅਤੇ ਉਹਨਾਂ ਹੋਲਸ ਦੇ ਵਿੱਚ ਆਪਾਂ ਐਕਸਪਲੋਸਿਵ ਭਰਦੇ ਹਾਂ, ਠੀਕ ਹੈ। ਦਿਸ ਇਜ਼ ਅ ਰਿਸਕੀ ਮੈਥਡ ਐਂਡ ਓਨਲੀ ਯੂਜ਼ ਅੰਡਰ ਐਕਸੈਪਸ਼ਨਲ ਕੇਸਿਸ। ਸੋ ਇਹ ਰਿਸਕੀ ਮੈਥਡ ਹੁੰਦਾ ਆ ਅਤੇ ਸਪੈਸ਼ਲ ਕੇਸਿਸ ਦੇ ਵਿੱਚ ਜਦੋਂ ਰਿਕੁਆਇਰਮੈਂਟ ਹੋਏ ਆਪਾਂ ਨੂੰ ਉਦੋਂ ਹੀ ਯੂਜ਼ ਕਰਨਾ, ਠੀਕ ਹੈ। ਸੋ ਇਹ ਸੀ ਅੱਜ ਦਾ ਲੈਕਚਰ। ਇਹਦੇ ਵਿੱਚ ਅਗਰ ਕਿਤੇ ਪ੍ਰੋਬਲਮ ਹੈ ਤਾਂ ਤੁਸੀਂ ਪੁੱਛ ਸਕਦੇ ਹੋ।